किसान वीरों ते भैणों जय हिंद लैके हाज़र हाँ तुहाडा पसंदीदा प्रोग्राम मेरा पिंड मेरे खेत। ये तो तुसीं सारे जानते ही हो कि इस प्रोग्राम च असीं ਵੱਖ-ਵੱਖ विषयां दे ਵੱਖ-ਵੱਖ माहरां नूं बुलाउंदे रहीदा ते अज जिहड़े साडे कोल माहर पहुंचे आ ਉਹ ने डॉक्टर रजिंदरपाल सिंह जी। तो डॉक्टर साहब जी आਇਆਂ ਨੂੰ जी सारिਆਂ ਤੋਂ ਪਹਿਲਾਂ ਤਾਂ ਤੁਹਾਨੂੰ प्रोग्राम 'ਚ स्वागत है ਤੁਹਾਡਾ। ਤੇ डॉक्टर साहब ਜਿਹੜੇ ਹੈਗੇ ਆ ਇਹ ਅੰਮ੍ਰਿਤਸਰ ਤੋਂ ਆਏ ਆ ਤੇ ਇਹ ਤਕਨੀਕੀ ਮਾਹਰ ਹੈ ਜੈਵਿਕ ਖੇਤੀ ਦੇ ਤੇ ਇਸ ਵਿਸ਼ੇ ਤੇ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਜਾਣਕਾਰੀ ਲਵਾਂਗੇ। ਤੇ ਡਾਕਟਰ ਸਾਹਿਬ ਸਾਰਿਆਂ ਤੋਂ ਪਹਿਲਾਂ ਤਾਂ ਇਹ ਜਿਹੜੀ ਆਪਾਂ ਗੱਲ ਕਰਦੇ ਆ ਵੀ ਆ ਜਿਹੜਾ ਪੰਜਾਬ 'ਚ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਹੈ ਚੋਣਾਂ ਦਾ, ਕਿਵੇਂ ਚੱਲਦਾ? ਅੰਮ੍ਰਿਤਸਰ 'ਚ ਆਏ ਆ ਤੁਸੀਂ, ਉੱਥੋਂ ਠੀਕ ਠਾਕ ਆ? ਸ਼ਹਿਰ ਦੇ ਹਾਲਾਤ ਠੀਕ ਠਾਕ ਆ ਜੀ? ਹਾਲਾਤ ਬਿਲਕੁਲ ਠੀਕ ਠਾਕ ਚੱਲ ਰਹੇ ਨੇ ਜੀ ਜੀ। ਅਸਲ 'ਚ ਗੱਲ ਇੱਦਾਂ ਆ ਵੀ ਇਹ ਜਿਹੜਾ ਚੋਣਾਂ ਹੁੰਦੀਆਂ ਨਾ, ਇਹ 5 ਸਾਲ ਬਾਅਦ ਇੱਕ ਇਹੋ ਜਿਹਾ ਸਮਾਂ ਆਉਂਦਾ ਹੈ ਜਿਹਨੂੰ ਕਹਿੰਦੇ ਮਤਦਾਨ, ਆਪਣੀ ਅਕਲ ਦਾ ਦਾਨ ਕਰਨਾ। ਉਦੋਂ ਬੰਦੇ ਨੂੰ ਬਹੁਤ ਸੋਚ ਸਮਝ ਕੇ ਆਪਣੇ ਨੁਮਾਇੰਦੇ ਚੁਣਨੇ ਚਾਹੀਦੇ ਆ, ਕਿਉਂਕਿ ਦੇਸ਼ ਦੀ ਜਿਹੜੀ ਤਰੱਕੀ ਆ ਨਾ ਉਹ ਸਾਰੀ ਇਹਦੇ ਤੇ ਮੁਨਸਰ ਕਰਦੀ ਹੈ ਵੀ ਭਾਈ ਅਸੀਂ ਕਿਹੋ ਜਿਹੇ ਬੰਦੇ, ਕਿਹੋ ਜਿਹੇ ਨੁਮਾਇੰਦੇ ਚੁਣ ਕੇ ਅੱਗੇ ਭੇਜਦੇ ਹਾਂ ਤਾਂ ਕਿ ਸਾਡੀ ਜਿਹੜੀ ਆਵਾਜ਼ ਆ ਉਹ ਉੱਥੇ ਤੱਕ ਸਾਰੇ ਲੋਕਾਂ ਤੱਕ ਪਹੁੰਚ ਸਕੇ ਵੀ ਆਮ ਜਿਹੜੇ ਜਨ ਦੀਆਂ ਸਮੱਸਿਆਵਾਂ ਹੈਗੀਆਂ, ਸਾਡੀਆਂ ਜੋ ਲੋੜਾਂ ਹੈਗੀਆਂ ਉਹ ਕਿੱਦਾਂ ਪੂਰੀਆਂ ਹੁੰਦੀਆਂ। ਜਿਹੜੇ ਅਸੀਂ ਨੁਮਾਇੰਦੇ ਚੁਣਨੇ ਆ ਜੀ ਇਮਾਨਦਾਰ ਤੇ ਅਗਾਂਹ ਵਧੂ ਹੋਣੇ ਚਾਹੀਦੇ ਆਗੇ। ਇਹ ਬਹੁਤ ਉਹਦੇ ਨਾਲ ਸਾਡੇ ਪੰਜਾਬ ਦਾ ਭਲਾ ਹੋਊਗਾ। ਅੱਛਾ, ਇੱਕ ਗੱਲ ਹੋਰ ਡਾਕਟਰ ਸਾਹਿਬ ਖਿਆਲ ਰੱਖਣਾ ਚਾਹੀਦਾ ਇਸ ਵੇਲੇ, ਉਹ ਇਹ ਆ ਵੀ ਜਿੱਦਾਂ ਹੁਣ ਕਰੋਨਾ ਦਾ ਟਾਈਮ ਚੱਲਦਾ ਪਿਆ ਹੈ ਨਾ, ਉਹ ਜਿਹੜਾ ਸਾਵਧਾਨੀਆਂ ਆ ਕਰੋਨਾ ਦੀਆਂ ਉਹ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਕਿਤੇ ਇੱਦਾਂ ਨਾ ਅਸੀਂ ਚੋਣਾਂ ਦੇ ਵਿੱਚ ਜਾ ਕੇ ਤੇ ਭਾਈ ਇੱਦਾਂ ਅਸੀਂ ਭਾਵੁਕ ਹੋ ਕੇ ਜ਼ਿਆਦਾ ਲੋਕਾਂ 'ਚ ਜਾ ਵੜੀਏ। ਜਿਹੜਾ ਸੋਸ਼ਲ ਡਿਸਟੈਂਸਿੰਗ ਆ, ਜਿਹੜਾ ਆਪਣਾ ਮੂੰਹ ਢੱਕ ਕੇ ਰੱਖਣਾ, ਬਾਰ-ਬਾਰ ਹੱਥ ਧੋਈ ਜਾਣੇ, ਉਹ ਚੀਜ਼ਾਂ ਸਾਨੂੰ ਖਿਆਲ ਰੱਖਣੀ ਚਾਹੀਦੀਆਂ। ਤੇ ਜਿੱਦਾਂ ਨੂੰ ਚੋਣ ਆ ਨਾ, ਜਿੱਦਣ ਅਸੀਂ ਵੋਟ ਪਾਉਣ ਜਾਣਾ ਉਦਣ ਉੱਥੇ ਜਾ ਕੇ ਸਾਨੂੰ ਉਹ ਵੀ ਖਿਆਲ ਰੱਖਣਾ ਚਾਹੀਦਾ ਵੀ ਭਾਈ ਸਾਨੂੰ ਇੰਨੀ ਕੁ ਦੂਰੀ 'ਤੇ ਖੜ੍ਹੇ ਹੋਣਾ ਹੈ ਨਾ। ਜੋ ਵੀ ਉਹ ਸਾਨੂੰ ਦੱਸਦੇ ਆ, ਇੰਸਟਰਕਸ਼ਨਸ ਦਿੰਦੇ ਆ, ਜੋ ਸਰਕਾਰ ਦੀਆਂ ਗਾਈਡਲਾਈਨਸ ਆ ਨਾ, ਉਹ ਸਾਨੂੰ ਫੋਲੋ ਕਰਨੀਆਂ ਚਾਹੀਦੀਆਂ। ਇਹ ਬਿਲਕੁਲ ਤੁਹਾਡੀ ਬਿਲਕੁਲ ਠੀਕ ਗੱਲ ਆ। ਸੋਸ਼ਲ ਡਿਸਟੈਂਸ ਰੱਖਣਾ ਚਾਹੀਦਾ, ਮਾਸਕ ਪਾ ਕੇ, ਸੈਨੀਟਾਈਜ਼ ਕਰਕੇ ਫਿਰ ਆਪਾਂ ਨੂੰ ਵੋਟ ਦਾ ਇੰਤਜ਼ਾਮ ਕਰਨਾ, ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬਿਲਕੁਲ ਬਿਲਕੁਲ, ਦੇਖੋ ਇਹ ਬਹੁਤ ਜ਼ਰੂਰੀ ਆ। ਅੱਛਾ ਡਾਕਟਰ ਸਾਹਿਬ, ਹੁਣ ਆਪਾਂ ਆਈਏ ਤੁਹਾਡੇ ਵੱਲ ਨੂੰ। ਜਿਹੜੀ ਆਪਾਂ ਤੁਹਾਡੇ ਨਾਲ ਅੱਜ ਜਿਹੜੀ ਗੱਲਬਾਤ ਕਰਨੀ ਆ ਨਾ, ਉਹ ਹੈਗੀ ਆ ਜਿੱਦਾਂ ਤੁਸੀਂ ਮਾਹਰ ਹੋ ਹੈ ਨਾ, ਕੰਮ ਕਰਦੇ ਹੋ ਇੱਥੇ ਜੈਵਿਕ ਖੇਤੀ ਦੇ ਕੁਦਰਤੀ ਢੰਗ, ਇਸ ਵਿਸ਼ੇ 'ਤੇ ਤੁਹਾਡੇ ਨਾਲ ਅਸੀਂ ਗੱਲ ਕਰਨੀ ਆ। ਅਤੇ ਇਹਦੇ 'ਚ ਜਦੋਂ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਤਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਸਾਡਾ ਸਵਾਲ ਉਹੀ ਆਉਂਦਾ ਹੈ ਵੀ ਹੁਣ ਇੰਨੇ ਸਾਲਾਂ ਬਾਅਦ ਜੈਵਿਕ ਖੇਤੀ ਫੇਰ ਕਿਉਂ? ਪਹਿਲਾਂ ਆਪਣਾ ਜੈਵਿਕ ਖੇਤੀ ਚੱਲ ਰਹੀ ਸੀ ਜੀ, ਜਿਉਂ-ਜਿਉਂ ਯੁੱਗ ਬਦਲਦਾ ਗਿਆ, ਆਪਣਾ ਨਵੀਂ ਟੈਕਨੀਕ ਵੱਲ ਆਉਂਦੇ ਗਏ ਜੀ, ਪ੍ਰੋਡਕਸ਼ਨ ਵਧਾਉਣ ਵਾਸਤੇ। ਤੇ ਉਸ ਦੇ ਨਾਲ ਮਨੁੱਖ ਦੇਹੀ ਤੇ ਯਾਨੀ ਕਿ ਬਹੁਤ ਨੁਕਸਾਨ ਹੋਇਆ, ਵਾਤਾਵਰਨ ਤੇ ਨੁਕਸਾਨ ਹੋਇਆ, ਪਾਣੀ ਖਰਾਬ ਹੋਇਆ ਆਪਣਾ। ਜੀ ਜੀ ਜੀ। ਇਸ ਕਰਕੇ ਜੈਵਿਕ ਖੇਤੀ ਮੇਨ ਯਾਨੀ ਕਿ ਹੁਣ ਦਾ ਮੁੱਦਾ ਹੈ। ਹਾਂਜੀ ਹਾਂਜੀ ਹਾਂਜੀ, ਠੀਕ ਆ। ਅੱਛਾ, ਤੁਸੀਂ ਜਿੱਦਾਂ ਮਾਹਰ ਹੋ, ਤੁਹਾਡੇ ਰੋਜ਼ਮर्रा ਜ਼ਿੰਦਗੀ ਦੇ ਵਿੱਚ ਤੁਸੀਂ ਜੈਵਿਕ ਖੇਤੀ ਲਈ ਕੰਮ ਕਰਦੇ ਹੋ, ਤੁਸੀਂ ਆਪਣੇ ਯੋਗਦਾਨ ਨੂੰ ਕਿੱਦਾਂ ਦੇਖਦੇ ਹੋ ਵੀ ਜੈਵਿਕ ਖੇਤੀ ਲਈ ਤੁਹਾਡਾ ਜਿਹੜਾ ਉਪਰਾਲਾ ਹੈਗਾ ਉਹਨੂੰ ਕਿੱਦਾਂ ਦੇਖਦੇ ਹੋ ਕਿ ਕਿੱਡੇ ਕੁ ਵੱਡੇ ਪੱਧਰ 'ਤੇ ਤੁਸੀਂ ਹੋਰ ਜਾ ਸਕਦੇ ਹੋ, ਜਾਂ ਹੁਣ ਤੱਕ ਕਿੰਨਾ ਕੁ ਤੁਸੀਂ ਉਹਨੂੰ ਕਰ ਰਹੇ ਹੋ ਕੰਮ? ਜੈਵਿਕ ਖੇਤੀ ਇਸ ਵੇਲੇ ਮੁੱਖ ਮੁੱਦਾ ਹੈ ਜੀ। ਇਸ ਦੇ ਨਾਲ ਯਾਨੀ ਕਿ ਜਿਹੜੀਆਂ ਆਪਾਂ ਖਾਦਾਂ ਤੇ ਦਵਾਈਆਂ ਖਾ ਰਹੇ ਹਾਂ, ਜਿਹੜੀ ਵੀ ਚੀਜ਼ ਆਪਾਂ ਦੁੱਧ ਜੋ ਵੀ ਉਹਦੇ ਵਿੱਚ ਅਡਲਟ੍ਰੇਸ਼ਨ ਹੈ, ਉਸ ਨੂੰ ਆਪਾਂ ਸਾਫ਼ ਸੁੱਧ ਰੂਪ ਦੇ ਵਿੱਚ ਖਾ ਕੇ ਤੇ ਯਾਨੀ ਕਿ ਆਪਣੀ ਸਿਹਤ ਅਤੇ ਆਪਣੇ ਵਾਤਾਵਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਜਦੋਂ ਆਪਾਂ ਜੈਵਿਕ ਖੇਤੀ ਦੀ ਡਾਕਟਰ ਸਾਹਿਬ ਗੱਲ ਕਰਦੇ ਹਾਂ ਤੇ ਸਾਡੀ ਜਿਹੜੀ ਖੇਤੀ ਆ ਨਾ, ਇਹਦੇ 'ਚ 5 ਚੀਜ਼ਾਂ ਕਹਿੰਦੇ ਆ ਵੀ ਖੇਤੀਬਾੜੀ ਜਿਹੜੀ ਇਹ 5 ਚੀਜ਼ਾਂ ਦਾ ਸੁਮੇਲ ਹੈ। ਉਹਦੇ ਵਿੱਚ ਪਹਿਲੀ ਗੱਲ ਤੇ ਫਸਲ ਹੋ ਗਈ, ਜਿਹੜੀ ਫਸਲਬਾੜੀ ਆਪਾਂ ਬੀਜਦੇ ਹਾਂ। ਦੂਜਾ ਹੋ ਗਿਆ ਦਰਖਤ। ਤੀਜੇ ਹੋ ਗਏ ਸਾਡੇ ਜਿਹੜੇ ਅਸੀਂ ਪਸ਼ੂ ਰੱਖਦੇ ਹਾਂ ਹੈ ਨਾ। ਚੌਥਾ ਹੋ ਗਿਆ ਜਿਹੜੇ ਪੰਛੀ ਨੇ, ਅਤੇ ਪੰਜਵਾਂ ਹੋ ਗਿਆ ਸੂਖਮ ਜੀਵ। ਸੂਖਮ ਜੀਵ ਜਿਹੜੇ ਆ ਉਹ ਸਾਡੀ ਖੇਤੀਬਾੜੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪਾਉਂਦੇ ਆ। ਅਤੇ ਮੈਨੂੰ ਇੰਨਾ ਵੀ ਪਤਾ ਆ, ਤੁਹਾਡੇ ਨਾਲ ਥੋੜ੍ਹੀ ਬਹੁਤੀ ਗੱਲਬਾਤ ਤੋਂ ਪਤਾ ਲੱਗਾ ਵੀ ਤੁਸੀਂ ਜਿਹੜਾ ਆ ਮਿੱਤਰ ਕੀੜਿਆਂ 'ਤੇ ਬਹੁਤ ਕੰਮ ਕਰਦੇ ਹੋ, ਕਿਉਂਕਿ ਜਿਹੜੇ ਮਿੱਤਰ ਕੀੜੇ ਆ ਇਹੀ ਸਾਡੀ ਫਸਲਬਾੜੀ ਪੈਦਾ ਕਰ ਸਕਦੇ ਆ। ਸਾਨੂੰ ਬਾਹਰੋਂ ਕੋਈ ਜਿਹੜੀ ਅਸੀਂ ਮਦਦ ਲੈਂਦੇ ਹਾਂ ਰਸਾਇਣਿਕ ਖਾਦਾਂ ਦੀ, ਰਸਾਇਣਿਕ ਦਵਾਈਆਂ ਦੀ, ਜੇ ਅਸੀਂ ਇਹਨਾਂ ਨੂੰ ਠੀਕ ਢੰਗ ਨਾਲ ਵਰਤ ਲਈਏ ਤਾਂ ਮੈਨੂੰ ਲੱਗਦਾ ਉਹਦੀ ਲੋੜ ਨਹੀਂ ਸਾਨੂੰ ਪੈਂਦੀ। ਹੁਣ ਸਾਰਿਆਂ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਜਿਹੜਾ ਮਿੱਤਰ ਕੀੜਾ ਕਹਿੰਦੇ ਹੋ, ਮਿੱਤਰ ਕੀੜਾ ਕੀ ਹੈ?
ਮਿੱਤਰ ਕੀੜਾ ਜਾਨੀ ਕਿ ਕੁਦਰਤ ਨੇ ਪਹਿਲਾਂ ਹੂੰ ਦੁਸ਼ਮਣ ਤੇ ਮਿੱਤਰ ਕੀੜੇ ਬਣਾਏ ਸਨ ਜੀ ਇਸ ਸੰਸਾਰ ਦੇ ਵਿੱਚ। ਉਹ ਬੈਲੈਂਸ ਕੰਟਰੋਲ ਕਰਦੇ ਸੀ ਮਿੱਤਰ ਕੀੜੇ ਤੇ ਦੁਸ਼ਮਣ ਕੀੜੇ ਜੀ। ਤੇ ਹੁਣ ਜਾਨੀ ਕਿ ਮਿੱਤਰ ਕੀੜਿਆਂ ਦੀ ਸੰਖਿਆ ਘਟਣ ਕਰਕੇ ਆਪਾਂ ਲੈਬਾਂ ਦੇ ਵਿੱਚ ਇਹਨੂੰ ਤਿਆਰ ਕਰ ਰਹੇ ਹਾਂ। ਇਹ ਫਸਲਾਂ ਦੀ ਜਾਨੀ ਕਿ ਕੁਝ ਬਿਮਾਰੀਆਂ ਇਹੋ ਜਿਹੀਆਂ ਪੈਂਦੀਆਂ ਫਸਲਾਂ ਨੂੰ, ਉਹਨਾਂ ਦਾ ਕੈਮੀਕਲ ਕੰਟਰੋਲ ਕੋਈ ਨਹੀਂ ਹੈ। ਅੱਛਾ ਜੀ। ਇਸ ਕਰਕੇ ਇਹ ਮਿੱਤਰ ਕੀੜੇ ਜਾਨੀ ਕਿ ਟ੍ਰਾਈਕੋਕਾਰਡ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਜੀ। ਡਾਕਟਰ ਸਾਹਿਬ, ਜਿੱਦਾਂ ਆਪਾਂ ਗੱਲ ਕਰਦੇ ਪਏ ਆ ਮਿੱਤਰ ਕੀੜਿਆਂ ਦੀ, ਹੈ ਨਾ, ਹੁਣ ਮਿੱਤਰ ਕੀੜਿਆਂ ਦੇ ਵਿੱਚ ਇੱਕ ਤੇ ਉਹੀ ਜਿਹੜਾ ਆਪਾਂ ਹੁਣੇ ਤੁਸੀਂ ਗੱਲ ਕਰਦੇ ਸੀ ਵੀ ਧਰਤੀ ਦੇ ਵਿੱਚ ਇਹ ਹੈਗੇ ਹੀ ਆ, ਹੈ ਨਾ, ਆਪਾਂ ਉਹਨਾਂ ਨੂੰ ਸਾਂਭ ਲਈਏ। ਤੇ ਦੂਜਾ ਮੈਨੂੰ ਪਤਾ ਆ ਵੀ ਤੁਸੀਂ ਲੈਬ 'ਚ ਮਿੱਤਰ ਕੀੜੇ ਤਿਆਰ ਕਰਦੇ ਹੋ, ਹੈ ਨਾ। ਹੁਣ ਲੈਬ ਦੇ ਵਿੱਚ ਮਿੱਤਰ ਕੀੜੇ ਜਿਹੜੇ ਤਿਆਰ ਕਰਦੇ ਹੋ ਉਹ ਕਿੱਦਾਂ ਕਰਦੇ ਹੋ, ਸਾਨੂੰ ਉਹਦੇ ਬਾਰੇ ਜ਼ਰਾ ਖੁੱਲ੍ਹ ਕੇ ਦੱਸੋ। ਮਿੱਤਰ ਕੀੜੇ ਤਿਆਰ ਕਰਨ ਵਾਸਤੇ ਪੰਜਾਬ ਦੇ ਵਿੱਚ ਕੁੱਲ 5 ਲੈਬਾਂ ਹਨ ਜੀ। ਪਹਿਲੀ ਲੈਬ ਜਾਨੀ ਕਿ ਇੱਥੇ ਆਪਾਂ ਤਿਆਰ ਕੀਤੀ ਅੰਮ੍ਰਿਤਸਰ ਦੇ ਵਿੱਚ। ਅੱਛਾ ਜੀ। ਉਹਦੇ ਲੈਬ ਦੇ ਵਿੱਚ 2 ਪੋਰਸ਼ਨ ਹੁੰਦੇ ਹਨ। ਅੱਛਾ ਜੀ। ਪਹਿਲੇ ਪੋਰਸ਼ਨ ਨੂੰ ਕੋਰਸੇਰਾ ਸਫੈਲੋਨਿਕਾ ਐਂਟੋਮੋਲੋਜੀਕਲ ਨਾਮ ਹੈ ਇਸ ਦਾ। ਅੱਛਾ ਜੀ। ਉਹ ਤਿਆਰ ਕਰਨਾ ਹੁੰਦਾ ਹੈ। ਅੱਛਾ। ਫਸਟ ਰੂਮ ਦਾ ਹਿਊਮਿਡਿਟੀ ਕੰਟਰੋਲ ਕਰਨੀ ਹੁੰਦੀ ਹੈ। ਫਸਟ ਉਸ ਦੇ ਵਿੱਚ ਰੈਕ ਲੈ ਕੇ ਕੋਰਸੇਰਾ ਰੇਅਰਿੰਗ ਬਾਕਸ ਲੈ ਕੇ ਉਹਦੇ ਵਿੱਚ 2.5 ਕਿਲੋ ਜਵਾਰ ਪਾ ਕੇ 0.5 ਸੀਸੀ ਐਗ ਪਾ ਕੇ। ਇਹ ਰੈਕ ਜਿਹੜਾ ਇਹ ਕਿੰਨਾ ਕੁ ਹੁੰਦਾ ਜੀ? ਰੈਕ ਜਾਨੀ ਕਿ ਆਪਾਂ ਉਸ ਦੇ ਵਿੱਚ ਘੱਟੋ ਘੱਟ 5 ਤੋਂ 6 ਬਾਕਸ ਆ ਜਾਣ। ਅੱਛਾ। ਤੇ ਬਾਕਸ ਕਿੰਨੇ ਕੁ ਹੁੰਦੇ ਆ ਜੀ? ਬਾਕਸ ਜਾਨੀ ਕਿ ਉਹ ਜਿਹਦੇ ਵਿੱਚ 2.5 ਕਿਲੋ ਜਵਾਰ ਪੈ ਜੇ, ਇਹ ਬਾਕਸ ਦੇ ਵਿੱਚ ਵੀ ਪਾ ਸਕਦੇ ਆ, ਟੱਬ ਦੇ ਵਿੱਚ ਵੀ ਪਾ ਸਕਦੇ ਆ। ਉਹਦੇ ਵੈਂਟੀਲੇਸ਼ਨ ਹੋਣੀ ਚਾਹੀਦੀ ਆ, ਖੁੱਲਾ ਹੋਣਾ ਚਾਹੀਦਾ, ਉੱਪਰੋਂ ਖੁੱਲਾ ਜਾਨੀ ਕਿ ਢੱਕਣ ਲੱਗਾ ਹੋਵੇ ਤੇ ਵੈਂਟੀਲੇਸ਼ਨ ਹਵਾਦਾਰ ਹੋਵੇ। ਅੱਛਾ, ਠੀਕ ਆ। ਤੇ ਉਹਦੇ ਵਿੱਚ ਕਿੰਨੀ ਜਵਾਰ ਪਾਉਣੀ? 2.5 ਕਿਲੋ ਪਹਿਲਾਂ ਫਸਟ ਹੈਗਾ 2.5 ਕਿਲੋ ਜਵਾਰ ਲੈ ਕੇ ਉਹਨੂੰ ਦਲੀਆ ਬਣਾ ਕੇ ਉਹਦੇ ਵਿੱਚ ਜਾਨੀ ਕਿ 0.5 ਸੀਸੀ ਐਗ ਪਾ ਕੇ ਉਹਨੂੰ ਢੱਕ ਦੇਣਾ ਹੈ। ਉਸ ਰੂਮ ਦੀ ਹਿਊਮਿਡਿਟੀ 24 ਘੰਟੇ 70 ਤੋਂ 80 ਰੱਖਣੀ ਪੈਂਦੀ ਹੈ। ਅੱਛਾ। ਗਰਮੀਆਂ ਦੇ ਵਿੱਚ ਕੂਲਰ ਚਲਾਉਣੇ ਪੈਂਦੇ ਹਨ ਜੀ। ਸਿਆਲਾਂ ਦੇ ਵਿੱਚ ਉੱਥੇ ਬਲੋਰ ਚਲਾਉਣੇ ਪੈਂਦੇ ਹਨ ਜਾਂ ਹੀਟਰ ਚਲਾਉਣੇ ਪੈਂਦੇ ਹਨ ਜੀ। 35 ਤੋਂ 45 ਦਿਨਾਂ ਬਾਅਦ ਐਗ ਲਾਰਵਾ ਪਿਊਪਾ ਅਡਲਟ ਤੇ ਅਡਲਟ ਤਿਆਰ ਹੋ ਜਾਂਦੇ ਹਨ। ਉਹਦੇ ਵਾਸਤੇ ਅਸੀਂ 3 ਬਕਟ ਰੱਖਦੇ ਹਾਂ। ਅੱਛਾ ਜੀ। ਉਹਦੇ ਵਿੱਚ ਡੇਲੀ ਕਲੈਕਸ਼ਨ ਕਰਕੇ ਇੱਕ ਬਾਕਸ ਦੇ ਵਿੱਚੋਂ ਘੱਟੋ ਘੱਟ 20-25 ਤੋਂ ਲੈ ਕੇ 50 ਕੋਰਸੇਰਾ ਸਫੈਲੋਨਿਕਾ ਤਿਆਰ ਹੁੰਦੇ ਹਨ ਜੀ। ਤੇ ਨਾਲ ਤੁਸੀਂ ਚੈੱਕ ਕਰਦੇ ਰਹਿੰਦੇ ਉਹਨੂੰ? ਅਸੀਂ ਅੰਗਰੇਜ਼ੀ 'ਚ ਨਾਂ ਦੱਸਿਆ, ਮੈਨੂੰ ਤੇ ਹਾਲੇ ਲੈਣਾ ਨਹੀਂ ਆਉਂਦਾ ਉਹ, ਵੀ ਇਹ ਨਾਲ ਚੈੱਕ ਕਰਦੇ ਰਹਿੰਦੇ ਵੀ ਇਹ ਬਣ ਰਹੇ ਆ ਕਿੱਦਾਂ? ਤੁਹਾਨੂੰ ਕਿੱਦਾਂ ਪਤਾ ਲੱਗਦਾ ਉਹਦਾ ਰੰਗ ਰੂਪ ਬਦਲ ਜਾਂਦਾ? ਕੀ ਮਤਲਬ ਕਿੱਦਾਂ ਉਹ ਤੁਹਾਨੂੰ ਪਤਾ ਲੱਗਦਾ ਜੀ? ਉਹ ਰੰਗ ਰੂਪ ਦਿਨ ਵਾਈਜ਼ ਬਦਲਦਾ ਰਹਿੰਦਾ ਹੈ। ਅੱਛਾ। ਤੇ ਜਦੋਂ ਅਡਲਟ ਤਿਆਰ ਹੋ ਕੇ ਬਾਹਰ ਉੱਪਰ ਛੱਤ ਦੇ ਨਾਲ ਲੱਗ ਜਾਂਦੇ ਹਨ, ਬਾਕਸ ਦੀ ਛੱਤ ਦੇ ਨਾਲ, ਫਿਰ ਅਸੀਂ ਕਲੈਕਸ਼ਨ ਸ਼ੁਰੂ ਕਰ ਦਿੰਦੇ ਹਾਂ। ਸਾਨੂੰ 35 ਤੋਂ 45 ਦਿਨਾਂ ਬਾਅਦ ਪਤਾ ਲੱਗ ਜਾਂਦਾ ਵੀ ਸਾਡੇ ਕੋਰਸੇਰਾ ਸਫੈਲੋਨਿਕਾ ਤਿਆਰ ਹੋ ਰਹੇ ਹਨ। ਤੇ ਅਸੀਂ ਇਹਨਾਂ ਦੀ ਕਲੈਕਸ਼ਨ ਡੇਲੀ ਕਰਨੀ ਪੈਂਦੀ ਹੈ ਸਾਨੂੰ। ਅੱਛਾ। ਇੱਕ ਬਾਕਸ ਦੇ ਵਿੱਚ, ਇੱਕ ਬਕਟ ਦੇ ਵਿੱਚ ਪਾ ਕੇ, ਫਿਰ ਬਕਟਾਂ 3 ਰੱਖੀਆਂ ਹੁੰਦੀਆਂ ਹਨ। ਪਹਿਲੀ ਬਕਟ ਦੇ ਵਿੱਚ ਕਲੈਕਸ਼ਨ ਕਰਕੇ ਪਾ ਕੇ, ਫਿਰ ਸੈਕੰਡ ਦੇ ਵਿੱਚ ਪਾ ਕੇ, ਫਿਰ ਥਰਡ ਦੇ ਵਿੱਚ ਪਾ ਕੇ, ਥਰਡ ਦੇ ਵਿੱਚ ਅਸੀਂ ਉਹ ਬਕਟ ਨੂੰ ਤੀਸਰੇ ਦਿਨ ਬਕਟ ਨੂੰ ਖਾਲੀ ਕਰ ਦਿੰਦੇ ਹਾਂ। ਅੱਛਾ, ਖਾਲੀ ਕਰ ਦਿੰਦੇ ਹਾਂ। ਡੇਲੀ ਉਸ ਦੀ ਕਲੈਕਸ਼ਨ, ਉਹਦੇ ਵਿੱਚੋਂ ਕੋਰਸੇਰਾ ਸਫੈਲੋਨਿਕਾ ਦੇ ਐਗ ਡੇਲੀ ਝਾੜ ਲੈਂਦੇ ਹਾਂ। ਠੀਕ ਆ। ਤੇ ਇਹ ਜਿਹੜਾ ਤੁਸੀਂ ਕਹਿੰਦੇ ਹੋ ਇਹਦਾ ਤਾਪਮਾਨ ਕਿੰਨਾ ਕੁ ਰੱਖਦੇ ਕਮਰੇ ਦਾ? ਉਹ ਗਰਮੀਆਂ ਤੇ ਸਰਦੀਆਂ ਦੇ ਵਿੱਚ ਅਲੱਗ-ਅਲੱਗ ਹੁੰਦਾ ਵੀ ਸਿਰਫ ਹਿਊਮਿਡਿਟੀ ਚੈੱਕ ਕਰਦੇ ਆ ਕਿ ਸਾਰਾ ਕੁਝ ਤੁਹਾਨੂੰ ਖਿਆਲ ਰੱਖਣਾ? ਪਹਿਲੇ ਕਮਰੇ ਦੇ ਵਿੱਚ ਓਨਲੀ ਹਿਊਮਿਡਿਟੀ 70 ਤੋਂ 80 ਰੱਖਣੀ ਪੈਂਦੀ ਹੈ। ਜੀ 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 ਜੀ। ਐਗ ਲੈ ਕੇ ਉਸ ਰੂਮ ਦਾ ਕੰਮ ਖਤਮ ਹੋ ਜਾਂਦਾ ਹੈ। ਫਿਰ ਜਾਨੀ ਕਿ ਆਪਣਾ ਸੈਕੰਡ ਰੂਮ ਸ਼ੁਰੂ ਹੋ ਜਾਂਦਾ ਹੈ। ਉਸ ਰੂਮ ਦੇ ਵਿੱਚ ਆਪਾਂ ਟੈਂਪਰੇਚਰ ਕੰਟਰੋਲ ਕਰਨਾ ਹੁੰਦਾ ਹੈ। ਉਸ ਦੇ ਵਿੱਚ 26 ਤੋਂ ਲੈ ਕੇ 28 ਡਿਗਰੀ ਟੈਂਪਰੇਚਰ 24 ਘੰਟੇ ਰੱਖਣਾ ਪੈਂਦਾ ਹੈ। ਗਰਮੀਆਂ ਦੇ ਵਿੱਚ ਅਸੀਂ ਏਸੀ ਦੀ ਫੈਸਿਲਿਟੀ ਦਿੰਦੇ ਹਾਂ। ਉਹ ਵੀ 24 ਆਵਰ, 12 ਘੰਟੇ ਪਹਿਲਾ ਏਸੀ ਚੱਲੂ, 12 ਘੰਟੇ ਬਾਅਦ ਦੂਸਰਾ ਏਸੀ ਚੱਲੂਗੀ। ਏਸੀ ਨੂੰ ਰੈਸਟ ਦਿੱਤੀ ਜਾਵੇ। ਜੀ 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 ਜੀ। ਅੱਛਾ, ਮਤਲਬ ਇਹ ਜਿਹੜੀ ਤੁਸੀਂ ਪਹਿਲਾਂ ਇਹ 3 ਹਫ਼ਤੇ ਸਾਰੇ ਲੱਗਦੇ ਆ ਇਹਨੂੰ ਬਣਨ ਨੂੰ? ਹੈ ਪਹਿਲੇ ਰੂਮ ਦੇ ਵਿੱਚ 35 ਤੋਂ 45 ਦਿਨ, ਸੈਕੰਡ ਰੂਮ ਦੇ ਵਿੱਚ 5 ਤੋਂ 10 ਦਿਨ ਲੱਗ ਜਾਂਦੇ ਆ ਮੌਸਮ ਦੇ ਹਿਸਾਬ ਨਾਲ। ਠੀਕ ਆ ਠੀਕ ਆ ਠੀਕ ਆ। ਤੇ ਇਹ ਜਿਹੜੀਆਂ ਤੁਸੀਂ ਇੱਕ ਵਾਰੀ ਜਿਹੜੀ ਆਪਾਂ ਮੱਕੀ ਪਾ ਲਈ ਉਹਦੇ 'ਚ, ਹੈ ਨਾ, ਜਵਾਰ ਆਪਾਂ ਵਾਈਟ ਜਵਾਰ ਪਾਉਂਦੇ ਹਾਂ। ਅੱਛਾ, ਵਾਈਟ ਜਵਾਰ। ਵਾਈਟ ਜਵਾਰ। ਠੀਕ ਆ ਠੀਕ ਆ। ਵਾਈਟ ਦੇ ਜਵਾਰ ਦੇ ਵਿੱਚੋਂ ਸਾਨੂੰ ਵਧੀਆ ਰਿਜ਼ਲਟ ਮਿਲਦੇ ਹਨ ਜੀ।
ਯਾਨੀ ਕਿ ਉਹਦੇ ਵਿੱਚੋਂ ਪ੍ਰੋਡਕਸ਼ਨ ਸਾਡੀ ਚੰਗੀ ਮਿਲ ਜਾਂਦੀ ਸਾਨੂੰ। ਜੀ 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 ਜੀ। ਅੱਛਾ, ਤੇ ਇਹ ਜਿਹੜੀ ਤੁਸੀਂ ਲੈਬ ਦੀ ਗੱਲ ਕਰਦੇ ਹੋ, ਇਹ ਪੰਜਾਬ 'ਚ ਤੁਸੀਂ 5 ਦੱਸਿਆ ਨਾ, ਹਾਂਜੀ। ਤੇ ਇਹ 5 ਜਿਹੜੀਆਂ ਲੈਬਸ ਆ ਕਿੱਥੇ ਆ ਤੇ ਕਿਵੇਂ ਇਹਨਾਂ ਦਾ ਆਪਸ 'ਚ ਕੋਈ ਰਾਬਤਾ ਕੋਈ ਕਿਵੇਂ ਹੁੰਦਾ ਆ ਵੀ ਤੁਸੀਂ ਸਾਰੇ ਜਿਹੜੇ ਆਪਸ ਦੇ ਵਿੱਚ ਸਲਾਹ ਮਸ਼ਵਰੇ ਤੁਹਾਡੇ ਹੁੰਦੇ ਹੋਣਗੇ ਵੀ ਭਾਈ ਹੁਣ ਇਸ ਸਾਲ ਸਾਨੂੰ ਇੰਨੀ ਕੁ ਇਹਦੀ ਲੋੜ ਆ ਮਿੱਤਰ ਕੀੜਿਆਂ ਦੀ, ਤੇ ਉਸ ਹਿਸਾਬ ਨਾਲ ਤੁਹਾਡੇ ਡਿਮਾਂਡ ਵਗੈਰਾ ਆਉਂਦੀ ਆ ਕਿ ਤੁਸੀਂ ਆਪ ਹੀ ਤਿਆਰ ਕਰਦੇ ਰਹਿੰਦੇ ਹੋ ਤੇ ਕਿਸਾਨਾਂ ਨੂੰ ਪਹੁੰਚਾਉਂਦੇ ਰਹਿੰਦੇ ਹੋ? ਮੇਨ ਜਿਹੜੀ ਲੈਬ ਆ ਇੰਡੀਆ ਦੇ ਵਿੱਚ ਕੋਂਬੇਟੂਰ ਦੇ ਵਿੱਚ ਸ਼ਹਿਰ ਦੇ ਵਿੱਚ ਹੈ, ਜੀ। ਪੰਜਾਬ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਹੈ। ਇਸ ਦੀਆਂ ਜਾਣੀ ਕਿ ਅੱਡ-ਅੱਡ ਥਾਵਾਂ ਤੇ ਹਨ, ਜਿਵੇਂ ਅੰਮ੍ਰਿਤਸਰ ਹੈ ਜੀ, ਅਬੋਹਰ ਹੈ ਜੀ, ਨਵੇਂ ਸ਼ਹਿਰ ਹੈ, ਮਰਿੰਡੇ ਹੈ। ਇਸ ਤਰ੍ਹਾਂ ਦੀਆਂ 5 ਲੈਬਾਂ ਹਨ। ਜੀ 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 ਜੀ। ਡਿਮਾਂਡ ਸਾਨੂੰ ਤਾਂ ਇਸ ਤਰ੍ਹਾਂ ਆ ਰਹੀ ਹੈ ਵੀ ਅਸੀਂ ਲੋਕਾਂ ਨੂੰ ਮੇਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਵੀ ਇਸ ਮਿੱਤਰ ਕੀੜਿਆਂ ਨਾਲ ਤੁਹਾਡੀ ਫਸਲ ਦਾ ਝਾੜ ਵਧੂਗਾ। ਤੇ ਕੁਝ ਜਿਹੜੀਆਂ ਕ੍ਰੌਪਸ ਨੇ ਉਹਨਾਂ ਤੇ ਰਿਕਮੈਂਡੇਸ਼ਨ ਹੋਈ ਆ ਵੀ ਟ੍ਰਾਈਕੋ ਕਾਰਡ ਹੀ ਵਰਤਣੇ ਹਨ। ਟ੍ਰਾਈਕੋ ਕਾਰਡ ਯਾਨੀ ਕਿ ਜਿਵੇਂ ਤੁਹਾਨੂੰ ਮੈਂ ਦੱਸ ਚੁੱਕਿਆ, ਸੈਕੰਡ ਰੂਮ ਦੇ ਵਿੱਚ ਐਗ ਲੈ ਕੇ 0 ਡਿਗਰੀ ਟੈਂਪਰੇਚਰ ਤੇ ਵਿੱਚ ਫ੍ਰਿਜ ਦੇ ਵਿੱਚ ਰੱਖਣੇ ਹੁੰਦੇ ਹਨ। 24 ਆਵਰ ਜਦੋਂ ਪੂਰੇ ਹੋ ਗਏ ਫਿਰ ਉਹਨਾਂ ਨੂੰ ਐਗ ਨੂੰ ਲੈ ਕੇ ਯਾਨੀ ਕਿ ਇੱਕ ਸਿੰਪਲ ਕਾਰਡ ਲੈਣਾ ਹੈ। ਸਿੰਪਲ ਕਾਰਡ ਉੱਪਰ 20,000 ਐਗ ਡਿਸਟ੍ਰੀਬਿਊਟ ਕਰ ਦੇਣੇ ਹਨ। ਠੀਕ ਹੈ, ਇੱਕ ਕਾਰਡ ਦੇ ਉੱਤੇ ਇੰਨੇ ਤੁਸੀਂ ਲਾ ਦਿੰਦੇ ਹੋ। ਅੱਛਾ, ਹੁਣ ਜਦੋਂ ਆਪਾਂ ਫਸਲਾਂ ਦੀ ਗੱਲ ਕਰਦੇ ਹਾਂ, ਠੀਕ ਆ, ਇਹ ਜਿਹੜੀ ਫਸਲਾਂ ਆ ਕਿਹੜੀਆਂ ਫਸਲਾਂ ਹੈਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਜੇ ਅਸੀਂ ਕਹੀਏ ਵੀ ਭਾਈ, ਕਿਉਂਕਿ ਅਸੀਂ ਫਸਲ ਤਾਂ ਡਾਕਟਰ ਸਾਹਿਬ ਇਸ ਕਰਕੇ ਬੀਜਦੇ ਹਾਂ ਵੀ ਕੱਲ੍ਹ ਨੂੰ ਅਸੀਂ ਉਹਦੀ ਮੰਡੀਕਾਰੀ ਵੀ ਕਰਨੀ ਆ, ਠੀਕ ਆ, ਘਰ-ਬਾਰ ਵੀ ਚਲਾਉਣੇ ਆ, ਹੈ ਨਾ, ਕੋਈ ਸਾਡੀ ਜੇਬ 'ਚ ਪੈਸਾ ਆਵੇ। ਤੇ ਜੈਵਿਕ ਖੇਤੀ ਲਈ ਕਿਹੜੀਆਂ ਫਸਲਾਂ ਤੁਸੀਂ ਸਾਨੂੰ ਖਾਸ ਦੱਸਦੇ ਹੋ ਪੰਜਾਬ ਦੇ ਵਿੱਚ ਜਿਹੜੀਆਂ ਅਸੀਂ ਬੀਜ ਸਕਦੇ ਹਾਂ? ਜੈਵਿਕ ਖੇਤੀ ਵਿੱਚ ਜਿਵੇਂ ਗੰਨੇ ਦੇ ਵਿੱਚ ਇਸ ਦੇ ਵਧੀਆ ਰਿਜ਼ਲਟ ਆ ਰਹੇ ਹਨ। ਇਸ ਤਰ੍ਹਾਂ ਝੋਨੇ ਦੇ ਵਿੱਚ, ਮੱਕੀ ਦੇ ਵਿੱਚ, ਕਪਾਹ ਦੇ ਵਿੱਚ, ਸਬਜ਼ੀਆਂ ਦੇ ਵਿੱਚ, ਬਤਾਊਆਂ ਵਿੱਚ, ਯਾਨੀ ਕਿ ਟਮਾਟਰਾਂ ਦੇ ਵਿੱਚ ਟ੍ਰਾਈਕੋਕਾਰਡ ਟ੍ਰਾਈਕੋਗ੍ਰਾਮਾ ਕਿਲੋਨਸ ਦੇ ਵਧੀਆ ਰਿਜ਼ਲਟ ਆ ਰਹੇ ਹਨ। ਜੀ 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 ਜੀ। ਅੱਛਾ, ਇੱਕ ਇਹ ਮਤਲਬ ਜਿੱਦਾਂ ਤੁਸੀਂ ਗੱਲ ਕਰਦੇ ਆ, ਜਿਹੜਾ ਇੱਕ ਆਪਾਂ ਕਰਦੇ ਪਏ ਰਸਾਇਣਿਕ ਖੇਤੀ, ਹੈ ਨਾ, ਕਾਫੀ ਦੇਰ ਤੋਂ ਕਰ ਰਹੇ ਹਾਂ, ਉਸ ਖੇਤੀ ਤੇ ਜਦੋਂ ਅਸੀਂ ਜੈਵਿਕ ਖੇਤੀ ਦੀ ਗੱਲ ਕਰਦੇ ਹਾਂ, ਤੁਹਾਡਾ ਰਾਬਤਾ ਹੁੰਦਾ ਰਹਿੰਦਾ ਕਿਸਾਨਾਂ ਨਾਲ, ਤੇ ਉਹ ਕਿੰਨਾ ਕੁ ਫਰਕ ਪੈਂਦਾ? ਪਹਿਲੇ ਕਹਿੰਦੇ, ਕਈ ਕਹਿ ਦਿੰਦੇ ਆ ਵੀ ਪਹਿਲਾਂ 2-3 ਸਾਲ ਤੇ ਭਾਈ ਝਾੜ ਬਹੁਤ ਘਟ ਜਾਂਦਾ ਹੈ ਨਾ, ਕਿਉਂਕਿ ਸਾਡੇ ਲਈ ਮੇਨ ਮਸਲਾ ਜਿਹੜਾ ਉਹ ਹੈ ਹੀ ਇਹੋ ਆ ਵੀ ਭਾਈ ਅਸੀਂ ਰੋਟੀ ਚਲਾਉਂਦੇ ਆ ਇੱਥੋਂ, ਹੈ ਨਾ। ਤੇ ਉਹ ਤੁਸੀਂ ਕਿੱਦਾਂ ਦੇਖਦੇ ਹੋ ਵੀ ਉਹਨੂੰ ਕਿੱਦਾਂ ਅਸੀਂ ਬੈਲੈਂਸ ਕਰ ਸਕਦੇ ਹਾਂ, ਜਾਂ ਜਿਹੜੀ ਜੈਵਿਕ ਖੇਤੀ ਆ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ? ਯਾਨੀ ਕਿ ਆਪਾਂ ਨੂੰ ਇਨਆਰਗੈਨਿਕ ਤੋਂ ਆਰਗੈਨਿਕ ਖੇਤੀ ਕਰਨ ਲਈ, ਜੈਵਿਕ ਖੇਤੀ ਵੱਲ ਤਬਦੀਲ ਕਰਨ ਲਈ ਘੱਟੋ ਘੱਟ 2 ਤੋਂ 3 ਸਾਲ ਦਾ ਸਮਾਂ ਲੱਗਦਾ ਹੈ, ਕਿਉਂਕਿ ਆਪਣੀਆਂ ਜ਼ਮੀਨਾਂ ਯਾਨੀ ਕਿ ਆਪਾਂ ਫਰਟੀਲਾਈਜ਼ਰ ਪਾ ਕੇ ਐਕਸੈਸ ਡੋਜ਼ ਦੇ ਕੇ ਯਾਨੀ ਕਿ ਆਪਾਂ ਉਹਨਾਂ ਨੂੰ ਨਸ਼ੇ ਦੇ ਰੂਪ ਵਿੱਚ ਜ਼ਮੀਨਾਂ ਨੂੰ ਲਿਆ ਚੁੱਕੇ ਹਾਂ। ਇਸ ਤਰ੍ਹਾਂ ਹੀ ਆਪਣਾ ਪਾਣੀ ਗੰਦਾ ਕਰ ਲਿਆ ਹੈ। ਤੇ ਇਸ ਨੂੰ ਹੌਲੀ ਹੌਲੀ ਆਪਾਂ ਆਰਗੈਨਿਕ ਦੇ ਤਰਤੇ ਤਬਦੀਲ ਕਰਨਾ ਹੈ। ਜੀ ਜੀ, ਉਹੀ ਪੁੱਛਦਾ ਨਾ ਵੀ ਕਿੰਨੇ ਕੁ ਸਾਲ ਲੱਗਦੇ ਆ ਝਾੜ ਤੇ ਕਿੰਨਾ ਕੁ ਅਸਰ? 2 ਤੋਂ 3 ਸਾਲ। ਪਹਿਲੇ 2 ਤੋਂ 3 ਸਾਲ ਤੁਹਾਡੀ ਝਾੜ ਘਟੂਗਾ। ਫਿਰ ਜਦੋਂ ਆਪਣੀ ਸੋਇਲ ਧਰਤੀ ਆਪਣੀ ਮੇਨਟੇਨ ਹੋ ਗਈ, ਆਪਣੀ ਫਰਟੀਲਿਟੀ, ਸੋਇਲ ਦੀ ਫਰਟੀਲਿਟੀ ਬੈਲੈਂਸ ਹੋ ਗਈ, ਆਪਾਂ ਨੂੰ ਝਾੜ ਤੇ ਕੋਈ ਫਰਕ ਨਹੀਂ ਪੈਂਦਾ ਹੈ। ਅੱਛਾ, ਤੇ ਜਿੱਦਾਂ ਹੁਣ ਮੈਂ ਖੇਤੀ ਕਰਨੀ ਆ ਜੀ, ਮੈਂ ਕਹਿੰਦਾ ਵੀ ਭਾਈ ਮੈਂ ਰਸਾਇਣਿਕ ਤੋਂ ਨਾ ਇੱਧਰ ਚਲ ਗਿਆ, ਜੈਵਿਕ ਕੱਲ੍ਹ ਜਾਣਾ, ਤੇ ਮੈਨੂੰ ਹਰ ਸਾਲ ਫਿਰ ਉਹ ਤੁਹਾਡੇ ਕੋਲ ਮਿੱਟੀ ਪਰਖ ਲਈ ਮਿੱਟੀ ਲਿਆਉਣੀ ਪਊਗੀ, ਜਾਂ ਕਿੱਦਾਂ ਤੁਸੀਂ ਉਦੋਂ ਚੈੱਕ ਕਰਦੇ ਆ ਵੀ ਭਾਈ ਹੁਣ ਜਿਹੜਾ ਇਹੋ ਜਿਹੜੀ ਧਰਤੀ ਹੈ ਸਾਡੀ, ਇਹ ਹੁਣ ਜੈਵਿਕ ਖੇਤੀ ਲਈ ਤਿਆਰ ਹੋ ਚੁੱਕੀ ਹੋ? ਸਭ ਤੋਂ ਪਹਿਲਾਂ ਆਪਾਂ ਸੋਇਲ ਮਿੱਟੀ ਦਾ ਟੈਸਟ ਕਰਾਉਣੇ ਹਨ, ਫਿਰ ਪਾਣੀ ਦੇ ਟੈਸਟ ਕਰਾਉਣੇ ਹਨ, ਫਿਰ ਆਪਣਾ ਆਰਗੈਨਿਕ ਯਾਨੀ ਕਿ ਮਟੀਰੀਅਲ ਪਾਉਣਾ, ਆਪਾਂ ਉਸ ਨੂੰ ਜੀਵ ਅੰਮ੍ਰਿਤ ਕਹਿੰਦੇ ਹਾਂ, ਉਹ ਜਾਂ FYM ਜਾਂ ਵਰਮੀ ਕੰਪੋਸਟ ਪਾਉਣੀ ਹੈ। ਫਿਰ ਆਪਣਾ ਹੌਲੀ ਹੌਲੀ ਆਪਣਾ ਬੈਲੈਂਸ ਠੀਕ ਹੁੰਦਾ ਜਾਣਾ ਹੈ। ਅੱਛਾ, ਤੁਸੀਂ ਹਰੇਕ ਸਾਲ ਦੇ ਸਾਲ ਪਹਿਲਾਂ ਜ਼ਿਆਦਾ ਫਿਰ ਘਟਾਈ ਜਾਣੀ ਆਪਾਂ। ਅੱਛਾ ਜੀ, ਠੀਕ ਹੈ, ਤੇ ਇਦਾਂ ਚੈੱਕ ਕਰਦੇ ਹੋ। ਅੱਛਾ, ਹੁਣ ਗੱਲ ਹੈਗੀ ਆ ਵੀ ਤੁਸੀਂ ਹੈਗੇ ਹੋ, ਤੁਹਾਡੇ ਕੋਲ ਲੈਬ ਆ, ਤੁਸੀਂ ਲੈਬ 'ਚ ਕੰਮ ਕਰਦੇ ਹੋ, ਮਿੱਤਰ ਕੀੜੇ ਉੱਥੇ ਬਣਾਉਂਦੇ ਹੋ, ਕਿਸਾਨਾਂ ਨੂੰ ਕਿਵੇਂ ਪਤਾ ਲੱਗੇ ਵੀ ਭਾਈ ਇੱਕ ਲੈਬ ਇਹੋ ਜਿਹੀ ਹੈਗੀ ਆ ਜਿਹੜੀ ਮਿੱਤਰ ਕੀੜੇ ਬਣਾਉਂਦੀ ਆ, ਤੇ ਸਾਡੀ ਆ ਜਿਹੜੀ ਰਸਾਇਣਿਕ ਖੇਤੀ ਆ ਇਹਨੂੰ ਛੱਡ ਕੇ ਅਸੀਂ ਉੱਧਰ ਨੂੰ ਜਾਣਾ? ਤੁਸੀਂ ਉਹ ਰਾਬਤਾ ਕਿਵੇਂ ਬਣਾਉਂਦੇ ਹੋ ਕਿਸਾਨਾਂ ਨਾਲ? ਜਦੋਂ ਕਿਸਾਨ ਮੇਲੇ ਹੁੰਦੇ ਹਨ, ਜ਼ਿਲ੍ਹਾ ਵਾਈਜ਼, ਡਿਸਟ੍ਰਿਕਟ ਵਾਈਜ਼, ਸਟੇਟ ਲੈਵਲ,
ਇੰਡੀਆ ਲੈਵਲ ਤੇ ਮੇਲੇ ਅਸੀਂ ਉੱਥੇ ਕਿਸਾਨਾਂ ਲਈ ਪ੍ਰਦਰਸ਼ਨੀ ਲਾਉਂਦੇ ਹਾਂ। ਪ੍ਰਦਰਸ਼ਨੀ ਲਾ ਕੇ ਅਸੀਂ ਡਿਟੇਲ ਦੇ ਵਿੱਚ ਜ਼ਿਮੀਂਦਾਰਾਂ ਨੂੰ ਸਮਝਾਉਂਦੇ ਹਾਂ ਵੀ ਇਸ ਮਿੱਤਰ ਕੀੜਿਆਂ ਦੇ ਆਹ ਫਾਇਦੇ ਹਨ ਜੀ। ਤੇ ਇਹੋ ਜਿਹੜੇ ਤੁਸੀਂ ਮਿੱਤਰ ਕੀੜਿਆਂ ਦੀ ਗੱਲ ਕਰਦੇ ਆ, ਇਹਨਾਂ ਦਾ ਕਿਵੇਂ ਕੰਮ ਕਰਦੇ ਆ ਮਿੱਤਰ ਕੀੜੇ? ਮਤਲਬ ਜਿੱਦਾਂ ਹੁਣ ਸਾਡੀ ਫਸਲ ਆ, ਮੈਂ ਇੱਕ ਫਸਲ ਬੀਜ ਲਈ, ਮੈਂ ਇੱਥੇ ਮਿੱਤਰ ਕੀੜੇ ਹੈਗੇ ਆ ਵਿੱਚ ਜ਼ਮੀਨ ਦੇ, ਉਹ ਫਸਲ ਦੀ ਮਦਦ ਕਿਵੇਂ ਕਰਦੇ ਆ ਵੀ ਭਾਈ ਇਹ ਫਸਲ ਨੂੰ ਜਿਹੜੀ ਖਾਦ ਖੁਰਾਕ ਹੈ ਪੂਰੀ ਮਿਲੀ ਜਾਵੇ? ਕਿੱਦਾਂ ਉਹ ਸਾਰਾ ਪ੍ਰੋਸੈਸ ਮੈਨੂੰ ਦੱਸੋ ਵੀ ਉਹ ਕਿੱਦਾਂ ਫਸਲ ਦੇ ਵਾਧੇ 'ਚ ਯੋਗਦਾਨ ਪਾਉਂਦੇ ਆ? ਸਭ ਤੋਂ ਆਪਾਂ ਪਹਿਲਾਂ ਗੰਨੇ ਦੀ ਗੱਲ ਕਰਦੇ ਹਾਂ। ਹਾਂ, ਗੰਨੇ ਦੀ ਕਰੋ। ਗੰਨੇ ਦੀ ਗੱਲ ਕਰਦੇ ਹਾਂ ਜੀ। ਗੰਨੇ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਅੱਗੇ ਅਰਲੀ ਸ਼ੂਟ ਬੋਰਰ ਪੈਂਦਾ ਹੈ। ਅੱਛਾ ਜੀ। ਅਗੇਤੀ ਫੋਟ ਦਾ ਗੜੂਆ ਪੰਜਾਬੀ ਪੈ ਜਾਂਦਾ ਗੜੂਆ ਪੈ ਜਾਂਦਾ, ਵਿੱਚੋਂ ਉਹਦੇ ਗੋਭ ਸੁੱਕ ਜਾਂਦੀ ਆ। ਠੀਕ ਹੈ, ਜੇ ਮੀਂਹ ਜ਼ਿਆਦੇ ਪੈ ਗਏ ਤੇ ਉਹ ਕੰਟਰੋਲ ਹੋ ਜਾਂਦਾ ਹੈ। ਜੇ ਨਹੀਂ ਤੇ ਆਪਾਂ ਇਹ ਟ੍ਰਾਈਕੋ ਕਾਰਡ ਯਾਨੀ ਕਿ ਟ੍ਰਾਈਕੋਗ੍ਰਾਮਾ ਕਿਲੋਨਸ 20,000 ਆਂਡੇ ਇੱਕ ਡੋਜ਼ ਦੇ ਵਿੱਚ ਆਪਾਂ ਇੱਕ ਵਾਰਾਂ ਲਾਉਣੇ ਹਨ। ਉਹਦੇ ਕਿੰਨੇ ਥਾਂ 'ਚ ਤੁਸੀਂ ਇਹੋ ਦੱਸਦੇ ਹੋ? 20,000 ਆਂਡੇ ਜਿਹੜੇ ਆ ਇੱਕ ਏਕੜ ਲਈ ਲਾਉਣੇ ਹੁੰਦੇ ਹਨ। ਉਹਨੂੰ ਪੀਸਿਸ ਦੇ ਵਿੱਚ ਲਾ ਕੇ ਪੀਸਿਸ ਦੇ ਵਿੱਚ ਸਾਈਜ਼, ਡਾਇਰੈਕਸ਼ਨ ਤੇ ਲੋਕੇਸ਼ਨ ਆਪਾਂ ਚੇਂਜ ਕਰੀ ਜਾਣੀ ਆ। ਅੱਛਾ। ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣਾ, ਜੂਨ ਤੱਕ ਜਾਣਾ ਹੈ। ਇਹ ਹੈ ਅਗੇਤੀ ਫੋੜ ਦੇ ਗੜੂਏ ਵਾਸਤੇ। ਅੱਛਾ। ਤੇ ਇਹ ਲਾਉਂਦੇ ਕਿਵੇਂ ਨੇ ਜੀ? ਇਹ ਲਾਉਣ ਦਾ ਤਰੀਕਾ ਕੀ ਆ? ਕਿੱਦਾਂ ਜ਼ਮੀਨ 'ਚ ਅਸੀਂ ਇਹਨਾਂ ਨੂੰ ਰਲਾਉਣਾ ਕਿਵੇਂ ਆ? ਇਹ ਬਿਲਕੁਲ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ। ਲਿਜਾਣਾ ਕਿਵੇਂ ਹੈ? ਪਹਿਲਾਂ ਆਪਾਂ ਲੈਬ ਦੇ ਵਿੱਚ ਤਿਆਰ ਕਰਤੇ, ਟੈਂਪਰੇਚਰ ਹਿਊਮਿਡਿਟੀ ਕੰਟਰੋਲ ਕਰਤੀ। ਸਭ ਨੂੰ ਪਹਿਲਾਂ ਆਪਾਂ ਥਰਮੋਕਾਲ ਬਾਕਸ ਲੈਣੇ ਹਨ। ਬਾਕਸ ਦੇ ਵਿੱਚ ਬਰਫ਼ ਪਾ ਕੇ ਟ੍ਰਾਈਕੋ ਕਾਰਡ ਪੋਲੀਥੀਨ ਬੈਗ ਦੇ ਵਿੱਚ ਪਾ ਕੇ ਫਿਰ ਆਪਾਂ ਯਾਨੀ ਕਿ ਜਿਵੇਂ ਤੁਸੀਂ ਆਪਣੇ ਪਿੰਡ ਨੂੰ ਖੜਨੇ, ਤੁਹਾਡਾ ਪਿੰਡ ਦੂਰ ਹੈ ਤੇ ਉਹ ਰਾਹ ਦੇ ਵਿੱਚ ਯਾਨੀ ਕਿ ਉਹ ਨਹੀਂ ਆਪਣੇ ਐਡੀ ਦੂਰ ਨਹੀਂ ਜਾ ਸਕਦੇ। ਜੀ। ਠੀਕ ਹੈ, ਉਹਦੇ ਵਾਸਤੇ ਥਰਮੋਕਾਲ ਬਾਕਸ ਲੈਣਾ ਹੈ। ਬਾਕਸ ਪਾ ਕੇ ਤੇ ਉੱਥੇ ਪਹੁੰਚਾਉਣੇ ਹਨ। ਲਾਉਣ ਦਾ ਜਿਹੜਾ ਸਮਾਂ ਉਹ ਆਪਾਂ ਇਹਨੂੰ ਕਾਰਡ ਨੂੰ 20,000 ਐਗ ਨੂੰ 1 ਏਕੜ 'ਚ ਲਾਉਣਾ ਹੈ। ਯਾਨੀ ਕਿ ਟ੍ਰਾਈਕੋ ਕਾਰਡ ਜਦੋਂ ਰੈਡੀ ਹੋਣੇ, ਸੈਕੰਡ ਪੋਰਸ਼ਨ ਦੇ ਵਿੱਚ ਤਿਆਰ ਹੋ ਜਾਣੇ ਹਨ, ਉਹ ਕਾਰਡ ਉੱਪਰ ਪੈਰਾਸਟਾਈਜੇਸ਼ਨ ਹੋ ਜਾਣੀ ਕਾਰਡਾਂ ਦੇ ਉੱਪਰ, ਉਹ ਬਲੈਕ ਹੋ ਜਾਣੇ। ਉਹਦੇ ਨਾਲ ਆਪਾਂ ਲੈਬ ਨੂੰ ਮਲਟੀਪਲਾਈਕੇਸ਼ਨ ਕਰ ਸਕਦੇ ਹਾਂ ਜਾਂ ਆਪਾਂ ਫੀਲਡ ਦੇ ਵਿੱਚ ਲਿਜਾ ਸਕਦੇ ਹਾਂ। ਕਾਰਡ ਉੱਥੇ ਜ਼ਿਮੀਂਦਾਰ ਕੋਲ ਪਹੁੰਚਦੇ ਕਰਕੇ ਉਹਨਾਂ ਦੇ ਯਾਨੀ ਕਿ 20,000 ਐਗ ਨੂੰ ਕਾਰਡ ਦੇ ਉੱਪਰ ਲਗਾ ਕੇ ਉਹਦੇ ਪੀਸਿਸ ਕਰਕੇ ਸਾਈਟ, ਡਾਇਰੈਕਸ਼ਨ ਤੇ ਲੋਕੇਸ਼ਨ ਆਪਾਂ ਹਰ ਵਾਰੀ ਚੇਂਜ ਕਰੀ ਜਾਣੀ ਹੈ। ਘੱਟੋ ਘੱਟ 10 ਤੋਂ ਮਿਨੀਮਮ 10 ਦਿਨ, ਮੈਕਸਿਮਮ 15 ਦਿਨ ਦੇ ਵਿੱਚ ਲਾਉਣੇ ਹੁੰਦੇ। ਜਿੱਦਣ ਬਰਸਾਤ ਦਾ ਮੌਸਮ ਹੋਵੇ ਉਸ ਦਿਨ ਆਪਾਂ ਕਾਰਡ ਵਿੱਚ ਨਹੀਂ ਲਾਉਣੇ ਹਨ। ਨਹੀਂ, ਆ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਦੇਖੋ ਮੈਂ ਇੱਕ ਕਿਸਾਨ ਹੈ, ਮੈਨੂੰ ਨਹੀਂ ਪਤਾ ਵੀ ਭਾਈ ਕਿਹੜੇ ਹੀ ਸਾਈਜ਼ ਆ, ਕਿਹੜੀ ਡਾਇਰੈਕਸ਼ਨ ਆ ਤੇ ਕਿੱਦਾਂ ਇਹਨਾਂ ਨੂੰ ਲਾਉਣਾ ਹੈ। ਉਹ ਥੋੜ੍ਹਾ ਜਿਹਾ ਦੱਸੋ ਸਾਨੂੰ ਵੀ ਜਿੱਦਾਂ ਅਸੀਂ ਏਕੜ ਥਾਂ ਆ ਉਹਦੇ 'ਚ ਅਸੀਂ 20,000 ਤੁਸੀਂ ਕਿਹਾ ਲਾਉਣਾ ਹੈ ਨਾ, ਤੇ ਉਹ ਕਿਹੜੀਆਂ ਮਤਲਬ ਅਸੀਂ ਜਿੱਦਾਂ ਮੈਂ ਹੁਣ ਸ਼ੁਰੂ ਕਰਦਾ ਤੇ ਮੈਨੂੰ ਇਹ ਦੱਸੋ ਸਾਰਿਆਂ ਤੋਂ ਪਹਿਲਾਂ ਵੀ ਮੈਂ ਕਿਹੜੀ ਡਾਇਰੈਕਸ਼ਨ ਤੋਂ ਇਹਨਾਂ ਨੂੰ ਲਾਉਣਾ ਸ਼ੁਰੂ ਕਰਾਂ? ਵੀ ਐਤਕੀ ਮੈਂ ਇੱਦਾਂ ਲਾ ਲਿਆ, ਅਗਲੀ ਵਾਰ ਮੈਂ ਦੂਜੀ ਤਰ੍ਹਾਂ ਲਾ ਲੂੰਗਾ। ਉਹ ਥੋੜ੍ਹਾ ਜਿਹਾ ਦੱਸੋ ਕਿੰਨੀ ਦੂਰੀ ਤੇ ਉਹ ਕਿੱਦਾਂ ਲਾਉਣੇ ਆ, ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹ ਹੁੰਦੇ ਕਿੱਦਾਂ ਦੇ ਆ, 20,000 ਕਿੱਦਾਂ ਦੇ ਦੀਦੇ ਆ, ਹੈ ਨਾ। ਤੇ ਉਹ ਸਾਰਾ ਹੀ ਸਾਨੂੰ ਦੱਸੋ ਵੀ ਕਿੱਡੀ ਕੀ ਚੀਜ਼ ਆ ਭਾਈ। ਉਹ ਜਿਹੜੇ ਕਾਰਡ ਆ ਉਹਨੂੰ ਕਿੱਦਾਂ ਜ਼ਮੀਨ 'ਚ ਦੱਬਣਾ ਆ, ਟੋਆ ਪੱਟ ਕੇ ਦੱਬਣਾ ਆ, ਉੱਤੇ ਹੀ ਰੱਖ ਕੇ ਉਹਨੂੰ ਪਾਣੀ ਲਾ ਦੇਣਾ, ਉਹਦਾ ਕੁਝ ਹੋਰ ਕਰ ਦੇਣਾ, ਜਾਂ ਬਰਸਾਤ ਦਾ ਕੀ ਖਿਆਲ ਰੱਖਣਾ, ਇਹ ਥੋੜ੍ਹਾ ਦੱਸੋ ਸਾਨੂੰ। ਕਾਰਡ ਜਦੋਂ ਲਿਜਾਣੇ ਹਨ ਉਹਨਾਂ ਨੂੰ ਪੀਸਿਸ ਦੇ ਵਿੱਚ ਕਰਕੇ ਇੱਕ ਹਾਰਡ ਪੇਪਰ ਤੇ ਐਗ ਲੱਗੇ ਹੁੰਦੇ ਹਨ। ਕਿੱਡੇ ਪੀਸਿਸ ਕਰਨੇ ਜੀ? ਯਾਨੀ ਕਿ 20,000 ਐਗ ਆਪਾਂ ਪਰ ਏਕੜ ਨੂੰ ਦੇਣਾ। ਛੋਟੇ ਪੀਸ ਕਰਕੇ 15 ਫੁੱਟ ਦੀ ਦੂਰੀ ਤੇ ਕਾਰਡ ਸਟੈਪਲਰ ਜਾਂ ਟੇਪ ਦੇ ਨਾਲ ਪੱਤਿਆਂ ਦੇ ਹੇਠਲੇ ਹਿੱਸੇ ਨੂੰ ਅਟੈਚ ਕਰ ਦੇਣੇ ਹਨ। ਪੱਤਿਆਂ ਦੇ ਨਾਲ ਪੱਤਿਆਂ ਦੇ ਥੱਲੜੇ ਪੋਰਸ਼ਨ ਦੇ ਨਾਲ ਪੱਤਿਆਂ ਦੇ ਥੱਲੜੇ ਸਾਈਜ਼ ਤੇ ਲਾ ਦੇਣੇ ਹਨ। ਅੱਛਾ। ਤੇ ਉਹ ਜਿਹੜੇ ਅਸੀਂ 15 20 ਫੁੱਟ ਤੇ ਲਾਉਣੇ ਆ, ਤੇ ਉਹ ਹਰੇਕ ਫਸਲ ਨੂੰ ਲਾਉਣੇ ਪੈਣੇ ਆ ਜਾਂ ਕਿੱਦਾਂ, ਕੀ ਹਿਸਾਬ ਕਿਤਾਬ? ਨਹੀਂ, ਉਹ ਗੰਨੇ ਵਾਸਤੇ ਆ, ਯਾਨੀ ਕਿ ਅੱਡ ਕ੍ਰੌਪ ਵਾਸਤੇ ਅੱਡ ਰਿਕਮੈਂਡੇਸ਼ਨ ਹੈ। ਹਾਂਜੀ ਦੱਸੋ ਉਹ ਕਿੱਦਾਂ ਸਾਰੀ। ਗੰਨੇ ਵਾਸਤੇ ਇਸ ਤਰ੍ਹਾਂ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰਕੇ ਜੂਨ ਤੱਕ ਅਗੇਤੀ ਫੋਟ ਦੇ ਗੜੂਏ ਵਾਸਤੇ ਲਾਉਣੇ ਹਨ। ਜਿਵੇਂ ਜੂਨ ਦਾ ਮਹੀਨਾ ਖਤਮ ਹੋ ਗਿਆ, ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਸਟਾਕ ਬੋਰਰ ਪੈਂਦਾ ਹੈ ਜੀ। ਸਟਾਕ ਬੋਰਰ ਵਾਸਤੇ ਲਾਉਣੇ ਹਨ। ਫਿਰ ਆਗ ਦਾ ਗੜੂਆ ਪੈਂਦਾ ਹੈ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਤੱਕ। ਉਹਦੀ ਯਾਨੀ ਕਿ ਸਪੀਸੀ ਟ੍ਰਾਈਕੋਗ੍ਰਾਮਾ ਜਪੋਨੀਕਮ ਹੁੰਦੀ ਹੈ ਜੀ, ਤੇ ਜਿਹੜੀ ਦੂਜੀ ਸਟਾਕ ਬੋਰਰ ਦੀ ਸਪੀਸੀ ਆ ਟ੍ਰਾਈਕੋਗ੍ਰਾਮਾ ਕਿਲੋਨਸ ਹੁੰਦੀ ਹੈ। ਅੱਛਾ। ਤੇ ਇਹੋ ਜਿੱਦਾਂ ਹੁਣ ਤੁਸੀਂ ਇਹ ਗੰਨੇ ਲਈ ਦੱਸਤਾ, ਬਾਕੀ ਫਸਲਾਂ ਵੀ ਥੋੜਾ ਦੱਸੇ ਦਿਓ ਵੀ ਕਿੱਦਾਂ ਲਾਉਣੇ ਆ ਇਹੋ ਜੀ। ਯਾਨੀ ਕਿ ਝੋਨੇ ਵਾਸਤੇ ਵੀ ਜਦੋਂ ਆਪਾਂ ਪਨੀਰੀ ਪੁੱਟ ਕੇ ਆਪਾਂ
30 ਦਿਨਾਂ ਬਾਅਦ ਜਾਣੀ ਕਿ ਆਪਾਂ ਟਰਾਂਸਪਲਾਂਟ ਕਰਦੇ ਹਾਂ ਝੋਨੇ ਨੂੰ, ਜੀ। 30 ਦਿਨਾਂ ਬਾਅਦ ਆਪਣੀ 20,000 ਐਗ ਇਸ ਤਰ੍ਹਾਂ ਹੀ ਝੋਨੇ ਨੂੰ ਅੱਡ-ਅੱਡ ਥਾਵਾਂ ਤੇ ਸਟੈਪਲਰ ਜਾਂ ਟੇਪ ਦੇ ਨਾਲ ਲਾ ਦੇਣੇ ਹਨ। ਅੱਛਾ, ਤੇ ਹੋਰ ਜਿਹੜੀਆਂ ਫਸਲਾਂ ਜਿੱਦਾਂ ਮੱਕੀ ਹੋ ਗਈ ਜਾਂ ਹੋਰ ਮੱਕੀ ਦਾ ਸਾਰੀਆਂ ਵੀ ਫਸਲਾਂ? ਮੱਕੀ ਨੂੰ ਵੀ ਸਟੈਮ ਬੋਰ ਲੱਗਦਾ ਹੈ। ਅੱਛਾ ਤਣੇ ਦਾ ਗੜੂ ਆਪਾਂ ਪੰਜਾਬੀ ਚ ਕਹਿੰਦੇ ਹਾਂ। ਜੀ ਜੀ ਜੀ। ਉਸ ਨੂੰ ਵੀ ਇਸ ਤਰ੍ਹਾਂ ਹੀ ਆ, ਬਸ 20,000 ਉਹ ਮੱਕੀ ਵਾਸਤੇ 40,000 ਐਗ ਜਿਹੜੇ ਆ ਉਹ 7 ਤੋਂ 10 ਦਿਨਾਂ ਵਿੱਚ ਲਾਉਣੇ ਹਨ। ਜੇ ਕੋਈ ਬੰਦਾ ਆਪਣੇ ਦਾਲਾਂ ਵਗੈਰਾ ਦੀ ਖੇਤੀ ਕਰਦਾ ਹੈ ਤੇ ਉਹਦੇ 'ਚ ਵੀ ਇਹ ਸਹਾਈ ਹੁੰਦੇ ਆ, ਉਹਦੇ 'ਚ ਵੀ ਕਰ ਲੈਣਾ ਚਾਹੀਦਾ ਕਿ ਦਾਲਾਂ ਵਗੈਰਾ ਛੱਡ ਲਈਏ, ਕਿਉਂਕਿ ਉਹਨਾਂ ਨਾਈਟ੍ਰੋਜਨ ਤਾਂ ਕਹਿੰਦੇ ਵੈਸੇ ਹੀ ਬਹੁਤ ਹੁੰਦੀ ਆ। ਇਸ ਦੇ ਵਾਸਤੇ ਯਾਨੀ ਕਿ ਗੰਨਾ, ਕਪਾਹ, ਮੱਕੀ ਅੱਛਾ ਤੇ ਝੋਨਾ, ਆਰਗੈਨਿਕ ਝੋਨਾ, ਬਤਾਊ, ਟਮਾਟਰ, ਭਿੰਡੀ ਵਾਸਤੇ ਯਾਨੀ ਕਿ ਇਹਦੇ ਵਾਸਤੇ ਵਧੀਆ ਰਿਜ਼ਲਟ। ਅੱਛਾ, ਸਬਜ਼ੀਆਂ ਲਈ ਵੀ? ਸਬਜ਼ੀਆਂ ਲਈ ਬਹੁਤ ਵਧੀਆ, ਜਿਵੇਂ ਬਤਾਊ ਵਾਸਤੇ ਆ ਉਹਦਾ ਸਟੈਮ ਬੋਰ ਲੱਗਦਾ ਹੈ। ਹਾਂਜੀ ਹਾਂਜੀ। ਉਹਦੇ ਵਾਸਤੇ ਮੁੜ ਕੇ ਫਰੂਟ ਦੇ ਵਿੱਚ ਬੋਰ ਲੱਗ ਜਾਂਦਾ ਹੈ, ਉਹਦੇ ਵਾਸਤੇ ਬਹੁਤ ਵਧੀਆ ਰਿਜ਼ਲਟ ਦਿੰਦੇ ਹਨ। ਅੱਛਾ, ਤੇ ਡਾਕਟਰ ਸਾਹਿਬ ਇਹ ਜਿੱਦਾਂ ਤੁਸੀਂ ਗੱਲ ਕਰਦੇ ਹੋ ਮਿੱਤਰ ਕੀੜੇ, ਤੁਸੀਂ ਕਿਹਾ ਵੀ 15-15 ਫੁੱਟ ਤੇ ਤੁਸੀਂ ਉਹ ਪੱਤੇ ਦੇ ਥੱਲੇ ਪਾਸੇ ਲਾ ਦੇਣੇ ਆ, ਇਹ ਕੰਮ ਕਿਵੇਂ ਕਰਦੇ ਆ, ਕਿਵੇਂ ਮਦਦ ਕਰਦੇ ਆ ਉਹਦੀ, ਜਿਹੜਾ ਇਹਨਾਂ ਦਾ ਜੀਵਨ ਕਾਲ ਹੁੰਦਾ ਜਾਂ ਜਿਹੜਾ ਪ੍ਰੋਸੈਸ ਹੁੰਦਾ ਹੈ ਮਤਲਬ ਫਸਲ ਦੇ ਵਧਣ ਫੁੱਲਣ 'ਚ, ਉਹ ਕਿੱਦਾਂ ਕੰਮ ਕਰਦੇ ਆ ਜੀ? ਉਹ ਥੋੜ੍ਹਾ ਜਿਹਾ ਸਾਨੂੰ ਪ੍ਰੋਸੈਸ ਦੱਸੋ ਸਾਰਾ। ਯਾਨੀ ਕਿ ਗੰਨੇ ਦੇ ਵਿੱਚ ਜਿਹੜਾ ਮਿੱਤਰ ਦੁਸ਼ਮਣ ਕੀੜਾ ਹੈ ਉਹ ਸਟੈਮ ਦੇ ਵਿੱਚ, ਆਪਾਂ ਪੰਜਾਬੀ 'ਚ ਤਣੇ ਦੇ ਵਿੱਚ ਐਂਟਰ ਹੋ ਕੇ ਹਾਂਜੀ ਅੰਦਰਲਾ ਗੰਨੇ ਦਾ ਸਾਰਾ ਪੋਰਸ਼ਨ ਖਾ ਲੈਂਦਾ ਹੈ। ਤੇ ਜਦੋਂ ਜ਼ਿਮੀਂਦਾਰ ਆਪਣਾ ਗੰਨਾ ਫੀਲਡ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਦੇਖਦੇ, ਜਦੋਂ ਪਾੜ ਕੇ ਦੇਖਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੈ ਜੀ। ਤੇ ਜਦੋਂ ਉਹ ਲੱਗਿਆ ਹੁੰਦਾ ਹੈ ਉਹਦੇ ਵਿੱਚ ਆਪਾਂ ਅਪਲਾਈ ਕਰ ਦੇਣੇ ਹੁੰਦੇ ਆ। ਅੱਛਾ, ਮਤਲਬ ਇਹ ਆ ਵੀ ਆਪਾਂ ਨਾ ਸੈਨਾ ਤਿਆਰ ਕੀਤੀ ਆ ਜਿਹੜੀ ਦੁਸ਼ਮਣ ਦਾ ਟਾਕਰਾ ਕਰਦੀ ਆ। ਅਸਲ ਗੱਲ ਤਾਂ ਇਹੀ ਆ ਨਾ। ਬਿਲਕੁਲ। ਇਹ ਜਿਹੜਾ ਆਪਾਂ 20,000 ਸੈਨਿਕ ਲਾਤਾ ਆਪਾਂ ਇੱਕ ਏਕੜ ਦੇ ਵਿੱਚ, ਹੈ ਨਾ। ਤੇ ਕਿਸਾਨ ਨੂੰ, ਇੱਕ ਕਿਸਾਨ ਹੈ ਜਿਹੜਾ ਮਿੱਤਰ ਕੀੜਾ ਨਹੀਂ ਵਰਤਦੇ, ਉਹਨੇ ਜੈਵਿਕ ਖੇਤੀ ਤਾਂ ਸ਼ੁਰੂ ਕਰ ਲਈ ਹੈ, ਪਰ ਉਹ ਜਿਹੜੀ ਆਪਣੀ ਜੋ ਆਪਣਾ ਪੁਰਾਣਾ ਤਰੀਕਾ ਉਹਦੇ ਨਾਲ ਹੀ ਕਰਦੇ ਪਏ ਆ। ਤੇ ਦੂਜਾ ਕਿਸਾਨ ਆ ਉਹ ਮਿੱਤਰ ਕੀੜੇ ਵਰਤ ਰਿਹਾ, ਠੀਕ ਆ ਜੀ। ਉਹਨੇ ਦੇਖ ਲਿਆ ਵੀ ਭਾਈ ਇਹਦਾ ਫਾਇਦਾ ਆ ਮੈਨੂੰ, ਮੈਂ ਇਹ ਮਿੱਤਰ ਕੀੜੇ ਵਰਤਾਂ। ਉਹਦੇ ਬਾਰੇ ਦੱਸੋ ਮੈਨੂੰ ਵੀ ਉਹ ਜਿਹੜਾ ਕਿਸਾਨ ਮਿੱਤਰ ਕੀੜੇ ਵਰਤਦਾ ਤੇ ਜਿਹੜਾ ਨਹੀਂ ਵਰਤਦਾ, ਉਹਨਾਂ ਦੇ ਲਾਭ ਦੇ ਵਿੱਚ ਕਿੰਨਾ ਕੁ ਫਰਕ ਪੈ ਜਾਂਦਾ, ਉਹਨਾਂ ਦੀ ਜਿਹੜੀ ਯੀਲਡ ਆ, ਜਿਹੜੀ ਪ੍ਰੋਡਕਸ਼ਨ ਆ ਉਹਨਾਂ ਦੀ, ਉਹਦੇ ਵਿੱਚ ਕਿੰਨਾ ਕੁ ਫਰਕ ਪੈ ਜਾਂਦਾ ਏਕੜ ਦੇ ਹਿਸਾਬ ਨਾਲ? ਕੋਈ ਇੱਕ ਦੋ ਫਸਲਾਂ ਦਾ ਦੱਸੋ ਮੈਨੂੰ। ਆਪਾਂ ਗੰਨੇ ਦੀ ਗੱਲ ਕਰਦੇ ਹਾਂ ਜੀ। ਗੰਨੇ ਦਾ ਅਸੀਂ ਇਹਦਾ ਪ੍ਰੈਕਟੀਕਲ ਐਨਾਲਿਸਿਸ ਕੀਤੇ ਹਨ ਜੀ। ਯਾਨੀ ਕਿ ਇਹਦੇ ਨਾਲ ਘੱਟ ਤੋਂ ਘੱਟ 50 ਕੁਇੰਟਲ ਗੰਨੇ ਦਾ ਝਾੜ ਜੀ ਵਾਧਾ ਹੈ। ਠੀਕ ਹੈ। ਤੇ ਆ ਜਿਹੜਾ ਮੌਸਮ ਦੀ ਤੁਸੀਂ ਗੱਲ ਕਰਦੇ ਆ, ਜਿੱਦਾਂ ਹੁਣ ਮਿੱਤਰ ਕੀੜੇ ਆ ਆਪਾਂ ਇਹ ਲਾਏ ਆ, ਉਦੋਂ ਕੀ ਮੌਸਮ ਦਾ ਦੇਖਣਾ ਆ, ਕਿਸ ਹਿਸਾਬ ਨਾਲ ਕਿੰਨੇ ਕੁ ਦਿਨਾਂ ਦਾ ਅਸੀਂ ਇਹ ਦੇਖਣਾ ਵੀ ਭਾਈ ਜੇ ਹੁਣ ਅਸੀਂ ਅੱਜ ਲਾਏ ਆ ਤੇ ਮੀਂਹ ਪੈ ਜਾਏ, ਜਾਂ ਬੱਦਲਵਾਈ ਵੀ ਦੇਖਣੀ ਆ? ਮੌਸਮ ਸਾਰਾ ਦੱਸੋ ਵੀ ਕਿੰਨੇ ਕੁ ਆਪਾਂ ਕੀ ਖਿਆਲ ਰੱਖਣਾ ਮੌਸਮ ਦੇ ਵਿੱਚ? ਯਾਨੀ ਕਿ ਜਦੋਂ ਆਪਾਂ ਲਾਉਣੇ ਹੈ ਇਹ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ ਲਾਉਣੇ ਹਨ। ਤੇ ਜਿੱਦਣ ਆਪਾਂ ਨੂੰ ਪਤਾ ਵੀ ਅੱਜ ਮੀਂਹ ਪੈਣ ਵਾਲਾ ਹੈ ਉਸ ਦਿਨ ਕਾਰਡ ਨਹੀਂ ਲਾਉਣੇ। ਅੱਛਾ। ਤੇ ਜਦੋਂ ਆਪਾਂ ਕਾਰਡ ਲਾਤੇ, ਅਸੀਂ ਜ਼ਿਮੀਂਦਾਰਾਂ ਨੂੰ ਰਿਕਮੈਂਡ ਕਰਦੇ ਹਾਂ ਵੀ 3 ਦਿਨ ਪਹਿਲਾਂ ਤੇ 3 ਦਿਨ ਬਾਅਦ ਉਸ ਖੇਤ ਦੇ ਵਿੱਚ ਪੈਸਟੀਸਾਈਡ ਨਾ ਵਰਤੀ ਜਾਵੇ। ਅੱਛਾ, ਕੋਈ ਪੈਸਟੀਸਾਈਡ ਨਾ ਵਰਤੀ ਜਾਏ। ਜੇ ਆਰਗੈਨਿਕ ਰੱਖਾਂਗੇ ਤੇ ਇਹਦੀ ਆਪਣੀ ਪਾਪੂਲੇਸ਼ਨ ਵੱਧਦੀ ਜਾਊਗੀ ਫੀਲਡ ਦੇ ਵਿੱਚ। ਅੱਛਾ। ਮੈਂ ਤੁਹਾਨੂੰ ਉਦਾਹਰਨ ਦਿੰਦਾ ਹਾਂ, ਜਿਵੇਂ ਕਿ ਆਪਣਾ ਭਗਤ ਪੂਰਨ ਸਿੰਘ ਫਾਰਮ ਆ, ਉੱਥੇ ਕੋਈ ਵੀ ਫਰਟੀਲਾਈਜ਼ਰ ਪੈਸਟੀਸਾਈਡ ਨਹੀਂ ਵਰਤੀ ਜਾਂਦੀ। ਉੱਥੇ ਸਾਡੇ ਕੀੜੇ ਲੱਗ ਰਹੇ ਹਨ, ਬਹੁਤ ਵਧੀਆ ਰਿਜ਼ਲਟ ਦਿੰਦੇ ਹਨ ਉਹਦੇ ਵਿੱਚ। ਇਸ ਤਰ੍ਹਾਂ ਹੀ ਮੇਰੇ ਕੋਲ ਜ਼ਿਮੀਂਦਾਰ ਹਨ ਜਿਨ੍ਹਾਂ ਜ਼ਿਮੀਂਦਾਰਾਂ ਦਾ ਬਹੁਤ ਝਾੜ ਵਧਿਆ ਹੈ। ਬਿਲਕੁਲ ਸਹੀ ਗੱਲ ਆ ਡਾਕਟਰ ਸਾਹਿਬ, ਤੁਸੀਂ ਜਿਹੜੀ ਜਾਣਕਾਰੀ ਦੇ ਰਹੇ ਹੋ, ਇਹ ਜੇ ਅਸੀਂ ਥੋੜ੍ਹੀਆਂ ਚੀਜ਼ਾਂ ਦਾ ਖਿਆਲ ਰੱਖਾਂਗੇ ਨਾ, ਤੇ ਸਾਨੂੰ ਭਾਈ ਡਾਕਟਰਾਂ ਕੋਲ ਨਹੀਂ ਜਾਣਾ ਪਊਗਾ। ਘਰ ਦੇ ਵਿੱਚ ਸਾਡੀ ਸਿਹਤ ਵਧੀਆ ਹੋਊਗੀ, ਸਾਡੇ ਅੰਦਰ ਉਹ ਤਾਕਤ ਪੈਦਾ ਹੋਊਗੀ ਜਿਹਦੇ ਨਾਲ ਅਸੀਂ ਅੰਦਰੂਨੀ ਬਿਮਾਰੀਆਂ ਦਾ ਹੀ ਅੰਦਰੂਨੀ ਤੌਰ ਤੇ ਮੁਕਾਬਲਾ ਕਰ ਸਕੀਏ, ਆਪਣੀ ਤੇ ਆਪਣਿਆਂ ਦਾ ਅਸੀਂ ਖਿਆਲ ਰੱਖ ਸਕੀਏ। ਕਿਸਾਨ ਵੀਰੋ ਤੇ ਭੈਣੋ, ਜਾਨ ਹੈ ਤੇ ਜਹਾਨ ਹੈ। ਦੇਖੋ ਡਾਕਟਰ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਨਾ, ਇਹ ਇੱਥੇ ਆ ਕੇ ਮੁੱਕਦੀਆਂ। ਡਾਕਟਰਾਂ ਕੋਲ ਜਿਹੜੇ ਦੂਜੇ ਡਾਕਟਰ ਹੁੰਦੇ ਨਾ ਟੀਕੇ ਵਾਲੇ, ਉਹਨਾਂ ਕੋਲ ਨਹੀਂ ਜਾਣਾ ਆਪਾਂ ਇੱਦਾਂ ਚੰਗੀਆਂ ਸਬਜ਼ੀਆਂ, ਚੰਗੀਆਂ ਫਸਲਾਂ, ਚੰਗਾ ਫਲ ਫਰੂਟ ਉਗਾਉਣਾ ਆ ਤਾਂ ਕਿ ਸਾਡੀ ਸਿਹਤ ਚੰਗੀ ਰਹੇ। ਬਾਕੀ ਕਰੋਨਾ ਦਾ ਭਾਈ ਟਾਈਮ ਚੱਲ ਰਿਹਾ, ਉਹਦਾ ਖਿਆਲ ਜ਼ਰੂਰ ਰੱਖ ਲਿਓ। ਜੇ ਕਿਸੇ ਨੇ ਇੱਕ ਵੈਕਸੀਨੇਸ਼ਨ ਕਰਾਈ ਆ ਤੇ ਦੂਜੀ ਹਾਲੇ ਨਹੀਂ ਕਰਾਈ, ਜ਼ਰੂਰ ਕਰਾ ਲਓ। ਬਾਕੀ ਉਹੀ ਹੈ ਵੀ ਜਦੋਂ ਬਾਹਰ ਜਾਣਾ ਹੈ ਮੂੰਹ ਤੇ ਮਾਸਕ ਪਾ ਕੇ ਜਾਣਾ ਹੈ, ਘਰ ਆਉਣਾ ਹੈ ਤੇ ਬਾਰ-ਬਾਰ ਹੱਥ ਧੋਈ ਜਾਣੇ ਹੈ। ਤੇ ਜਦੋਂ ਕਿਤੇ ਅੱਜ ਕੱਲ੍ਹ ਚੋਣਾਂ ਦਾ ਮੌਸਮ ਚੱਲ ਰਿਹਾ, ਜੇ ਕਿਤੇ ਜਾਣਾ ਵੀ ਪੈ ਜਾਂਦਾ ਹੈ ਤਾਂ 2 ਗਜ਼ ਦੀ ਦੂਰੀ ਬਹੁਤ ਜ਼ਰੂਰੀ। ਹੁਣ ਸਾਨੂੰ ਦਿਓ ਇਜਾਜ਼ਤ। ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ ਜੀ।